ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਸ਼ਲੋਕ ਮਹਲਾ ਤੀਜਾ। ਪੰਡਿਤ ਮੈਲ ਨਾ ਚੁਕਈ, ਜੇ ਵੇਦ ਪੜ੍ਹੈ ਜੁਗ ਚਾਰ। ਤ੍ਰੈ ਗੁਣ ਮਾਇਆ ਮੂਲ ਹੈ, ਵਿਚ ਹਉਮੈ ਨਾਮ ਵਿਸਾਰ। ਪੰਡਿਤ ਭੂਲੇ ਦੂਜੈ ਲਾਗੇ, ਮਾਇਆ ਕੈ ਵਾਪਾਰ। ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁਖਿਆ ਮੁਏ ਗਵਾਰ। ਸਤਿਗੁਰ ਸੇਵਿਆ ਸੁਖ ਪਾਇਆ, ਸੱਚਾ ਸ਼ਬਦ ਵਿਚਾਰ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਾ ਨਾਇ ਪਿਆਰ। ਨਾਨਕ ਨਾਮ ਰਤੇ ਸਹਿਜੇ ਰਜੇ, ਜਿਨਾ ਹਰ ਰਖਿਆ ਉਰਧਾਰ। ਨਾਨਕ ਨਾਮ ਰਤੇ ਸਹਿਜੇ ਰਜੇ, ਜਿਨਾ ਹਰ ਰਖਿਆ ਉਰਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਸੋ ਇਹ ਪਾਵਨ ਸ਼ਬਦ ਸੋਰਠ ਦੀ ਵਾਰ ਦਾ 13ਵਾਂ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 647 ਤੇ ਸੁਸ਼ੋਭਿਤ ਹੈ। ਇਸ ਪਾਵਨ ਪਵਿੱਤਰ ਸ਼ਬਦ ਅੰਦਰ 2 ਸ਼ਲੋਕ ਤੇ 1 ਪੌੜੀ ਹੈ। ਦੋਨੋਂ ਸ਼ਲੋਕ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਨੇ ਤੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ। ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਕੀ ਕਿਰਪਾ ਕਰਦੇ ਨੇ, ਸੋ ਆਓ ਆਪਾਂ ਸਮਝੀਏ ਜੀ। ਸ਼ਲੋਕ ਮਹਲਾ ਤੀਜਾ। ਪੰਡਿਤ ਮੈਲ ਨ ਚੁਕਈ, ਜੇ ਵੇਦ ਪੜ੍ਹੈ ਜੁਗ ਚਾਰ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਹੜਾ ਜੀਵਨ ਰਿਹਾ, ਜਿੰਨਾ ਚਿਕਰ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਨਹੀਂ ਸੀ ਆਏ, ਸੋ ਉਹਨਾਂ ਦਾ ਸਾਰਾ ਹੀ ਜੀਵਨ ਵੇਦਾਂ ਨੂੰ ਪੜ੍ਹਨਾ, ਸਿਮਰਤੀਆਂ ਸ਼ਾਸਤਰ ਇਹਨਾਂ ਦਾ ਅਧਿਐਨ ਕਰਨਾ, ਗੰਗਾ 'ਤੇ ਜਾਣਾ। ਹਰ 6 ਮਹੀਨੇ ਬਾਅਦ ਗੰਗਾ ਜਾਇਆ ਕਰਦੇ ਸੀ। ਜਿਹੜੇ ਹਿੰਦੂ ਧਰਮ ਦੇ ਨਿਯਮ ਨੇ, ਰਹੁ ਰੀਤੀ ਨੇ, ਉਹਨਾਂ ਨੂੰ ਬਹੁਤ ਪਰਪੱਕਤਾ ਦੇ ਨਾਲ ਨਿਭਾਉਂਦੇ ਹੁੰਦੇ ਸੀ। ਜਦੋਂ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਮੇਲ ਹੋ ਗਿਆ, ਪੂਰਾ ਸਤਿਗੁਰੂ ਮਿਲ ਗਿਆ, ਫਿਰ ਅੰਦਰੋਂ ਗਿਆਨ ਆ ਗਿਆ। ਉਹ ਜਿੰਨਾ ਚਿਕਰ ਗਿਆਨ ਅੰਦਰੋਂ ਨਹੀਂ ਆਉਂਦਾ, ਉਹਨਾਂ ਚਿਕਰ ਬਾਹਰਲੇ ਗਿਆਨ ਦੇ ਨਾਲ ਤ੍ਰਿਪਤੀ ਨਹੀਂ। ਬਾਹਰਲਾ ਗਿਆਨ ਬਦਲ ਜਾਂਦਾ ਹੈ, ਅੰਦਰਲਾ ਨਹੀਂ ਬਦਲਦਾ। ਬਾਹਰਲਾ ਬਦਲ ਦਿੰਦਾ। ਜਿੱਦਾਂ ਕਿਸੇ ਨੇ ਗੱਲ ਦਲੀਲ ਨਾ ਕਰ ਦਿੱਤੀ, ਉਹਦੇ ਪਿੱਛੇ ਲੱਗ ਤੁਰਦਾ।
ਜੇ ਉਹਦੇ ਕੋਲ ਅੰਦਰੋਂ ਅੰਤਰ ਆਤਮੇ ਆਪਣੇ ਕੋਲ ਗਿਆਨ ਹੈ, ਫਿਰ ਜਿਹੜਾ ਤਾਂ ਅੰਦਰਲੇ ਗਿਆਨ ਦੇ ਨਾਲ ਮੇਲ ਖਾਂਦਾ ਹੈ ਉਹਨੂੰ ਲੈਂਦਾ, ਦੂਜੇ ਨੂੰ ਨਹੀਂ ਲੈਂਦਾ ਜੀ। ਕਿਉਂਕਿ ਪਤਾ ਲੱਗ ਜਾਂਦਾ ਨਾ, ਫਿਰ ਸੋਝੀ ਪੈ ਜਾਂਦੀ ਹੈ। ਹੁਣ ਮਹਾਰਾਜ ਜੀ ਨੇ ਅਨੇਕਾਂ ਪੰਡਤਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਚਰਚਾ ਵੀ ਕੀਤੀ ਸੀ। ਕਈ ਪੰਡਤ ਸਾਹਿਬ ਜੀ ਨੂੰ ਮਿਲੇ ਅਤੇ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਣ ਤੋਂ ਬਾਅਦ ਵੀ ਉਹਨਾਂ ਕੋਲ ਵਿਦਵਾਨ ਆਉਂਦੇ ਰਹੇ, ਪੰਡਤ ਲੋਕ ਆਉਂਦੇ ਰਹੇ। ਸਿਸ ਇੰਝ ਲੱਗਦਾ ਜਿਵੇਂ ਇਹ ਵੀ ਕਿਸੇ ਵਿਦਵਾਨ ਪੰਡਤ ਦੇ ਨਾਲ ਚਰਚਾ ਤੋਂ ਬਾਅਦ ਜਦੋਂ ਪੰਡਤ ਨੇ ਫਿਰ ਉਪਦੇਸ਼ ਪੁੱਛਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਾ ਦਿੱਤਾ ਉਸ ਪੰਡਤ ਨੂੰ। ਪਰ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸੋ ਜਦੋਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਉਪਦੇਸ਼ ਪੂਰਨ ਪੁਰਖ ਦਿੰਦੇ ਨੇ, ਉਹ ਇੱਕ ਵਾਸਤੇ ਨਹੀਂ ਹੁੰਦਾ, ਉਹ ਸਾਰੇ ਸੰਸਾਰ ਵਾਸਤੇ ਹੁੰਦਾ ਹੈ। ਇਸ ਕਰਕੇ ਗੱਲਬਾਤ ਇੱਕ ਦੇ ਨਾਲ ਅਤੇ ਉਪਦੇਸ਼ ਜਿਹੜਾ ਉਹ ਸਾਰਿਆਂ ਲਈ ਸਾਂਝਾ ਹੈ। ਮਹਾਰਾਜ ਹੁਣ ਕਿਰਪਾ ਕਰਦੇ, ਕਹਿੰਦੇ ਪੰਡਿਤ ਸ਼ਬਦ ਬੋਲ ਕੇ ਅਤੇ ਥੋੜ੍ਹਾ ਜਿਹਾ ਵਿਸ਼ਰਾਮ, ਮੈਲ ਨਾ ਚੁੱਕੇ ਤਾਂ ਖਤਮ ਹੋ ਜਾਣੀ। ਕਹਿੰਦੇ ਮੈਲ ਜਿਹੜੀ ਮਨ ਨੂੰ ਲੱਗੀ ਹੋਈ ਨਹੀਂ ਖਤਮ ਹੁੰਦੀ। ਜੇ ਵੇਦ ਪੜ੍ਹੈ ਯੁੱਗ 4, ਸੋ ਭਾਵੇਂ 4 ਯੁੱਗ ਵੇਦਾਂ ਨੂੰ ਪੜ੍ਹਦਾ ਰਹਿ, ਪੜ੍ਹੀ ਜਾ ਇੰਝ ਮੈਲ ਨਹੀਂ ਖਤਮ ਹੋਵੇਗੀ। ਸਾਨੂੰ ਸਭਨਾਂ ਨੂੰ ਉਪਦੇਸ਼ ਹੈ। ਕਬੀਰ ਸਾਹਿਬ ਜੀ ਨੇ ਸ਼ਬਦ ਵਰਤੇ, ਕਹਿੰਦੇ ਕਹਿੰਦੇ ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆਂ। ਗੁਰੂ ਮਹਾਰਾਜ ਨੇ ਆਸਾ ਜੀ ਦੀ ਵਾਰ ਵਿੱਚ ਕਹਿ ਦਿੱਤਾ, ਪੜ੍ਹ ਗੱਡੀ ਲੱਦੀਆ, ਪੜ੍ਹ ਭਰੀਆ ਸਾਥ, ਪੜ੍ਹ ਬੇੜੀ ਪਾਈਆ, ਪੜ੍ਹ ਗੱਡੀਆ ਖਾਤ। ਉੱਥੇ ਪੜ੍ਹੀਆ ਜੇਤੇ ਬਰਸ ਪੜ੍ਹੀਆ ਜੇਤੇ ਮਾਸ। ਜਿੰਨੇ ਮਰਜ਼ੀ ਸਾਲ ਪੜ੍ਹ ਲਾ, ਜਿੰਨੇ ਮਰਜ਼ੀ ਮਹੀਨੇ ਪੜ੍ਹ ਲਾ, ਪੜ੍ਹਨ ਦੇ ਨਾਲ ਮੈਲ ਨਹੀਂ ਖਤਮ ਹੋਵੇਗੀ। ਕਹਿੰਦੇ ਜੇ ਇਹ ਪੰਜਾਂ ਦਾ ਛੁਟਕਾਰਾ ਹੀ ਨਾ ਹੋਇਆ ਤਾਂ ਫਿਰ ਮੈਲ ਤਾਂ ਪੰਜਾਂ ਦੀ ਹੁੰਦੀ ਹੈ ਨਾ, ਫਿਰ ਇਹ ਪੜ੍ਹਨ ਦਾ ਫਾਇਦਾ ਕੀ ਹੋਇਆ। ਸੋ ਪੜ੍ਹਨਾ ਵੀ ਹੈ ਅਤੇ ਗੁਣਨਾ ਵਿਚਾਰ ਵੀ ਜ਼ਰੂਰੀ ਹੈ। ਪਰ ਨਾਲ ਹੀ ਕਹਿੰਦੇ ਇਹ ਤਾਂ ਸੰਸਾਰ ਦੇ ਲੋਕ ਤਾਂ ਕਰਦੇ ਨੇ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਇਹ ਤਾਂ ਸਾਰੇ ਹੀ ਕਰਦੇ ਨੇ। ਅੰਦਰ ਚਾਹਤ ਹੋਣੀ ਚਾਹੀਦੀ ਆਪਣੇ ਆਪ ਨੂੰ ਚੇਂਜ ਕਰਨ ਦੀ, ਆਪਣੇ ਆਪ ਨੂੰ ਬਦਲਣ ਦੀ। ਕਿਤੇ ਇੱਕ ਦਿਨ ਦੀ ਖੇਡ ਨਹੀਂ ਹੈ। ਆਪਣੇ ਆਪ ਨੂੰ ਬਦਲਣਾ, ਕਈਆਂ ਨੂੰ ਕਈ ਜਨਮ ਲੱਗ ਜਾਂਦੇ ਆ। ਸੋ ਕਈਆਂ ਦੇ ਇੱਕ ਜਨਮ 'ਚ ਫਿਰ ਸਰ ਜਾਂਦਾ ਹੈ। ਇੱਕ ਜਨਮ ਦੇ ਵਿੱਚ ਕਈ ਸਾਲ ਲੱਗ ਗਏ, ਫਿਰ ਕਿਤੇ ਜਾ ਕੇ ਬਾਤ ਸਮਝ ਵਿੱਚ ਆਈ ਹੈ। ਸੋ ਕਈਆਂ ਦਾ ਪੂਰਵਲਾ ਜਪ ਤਪ ਜ਼ਿਆਦਾ ਹੁੰਦਾ, ਉਹਨਾਂ ਨੂੰ ਸਮਝ ਫਿਰ ਛੇਤੀ ਆ ਜਾਂਦੀ ਹੈ। ਗੱਲ ਤਾਂ ਸਮਝਣ ਦੀ ਹੈ। ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣ। ਜਿਸ ਨੂੰ ਉਹ ਇਹ ਗਿਆਨ ਸਮਝਾ ਦਿੰਦਾ, ਉਸ ਦੀ ਸਮਝ ਵਿੱਚ ਬਾਤ ਆ ਜਾਂਦੀ ਹੈ। ਕਹਿੰਦੇ ਇਕੱਲਾ ਪੜ੍ਹਨ ਦੇ ਨਾਲ ਮਨ ਨੂੰ ਲੱਗੀ ਹੋਈ ਮੈਲ ਨਹੀਂ ਖਤਮ ਹੁੰਦੀ, ਭਾਵੇਂ 4 ਯੁੱਗ ਬੈਠਾ ਪੜ੍ਹੀ ਜਾ ਕਹਿੰਦੇ ਆ। ਤ੍ਰੈ ਗੁਣ ਮਾਇਆ ਮੂਲ ਹੈ, ਵਿੱਚ ਹਉਮੈ ਨਾਮ ਵਿਸਾਰ। ਜਿਹੜੇ ਤਿੰਨਾਂ ਗੁਣਾਂ ਵਾਲੀ ਮਾਇਆ ਹੈ ਨਾ, ਤਿੰਨਾਂ ਗੁਣਾਂ ਰਾਜ ਗੁਣ, ਤਮ ਗੁਣ, ਸਤ ਗੁਣ, ਜਾਂ ਕਹਿ ਲਓ ਤਿੰਨਾਂ ਗੁਣਾਂ ਦਾ ਮੂਲ ਮਾਇਆ ਹੈ। ਕੋਈ ਮਾਇਆ ਦੇ ਵਿੱਚੋਂ 3 ਗੁਣ ਨਿਕਲਦੇ ਨੇ। ਤਿੰਨਾਂ ਗੁਣਾਂ ਨੂੰ ਜਨਮ ਦੇਣੇ ਵਾਲੀ ਇਹ ਮਾਇਆ ਹੈ। ਇਸ ਕਰਕੇ ਮਹਾਰਾਜ ਨੇ ਕਹਿੰਦਾ ਤ੍ਰੈ ਗੁਣ ਮਾਇਆ ਮੂਲ ਹੈ। ਤਿੰਨਾਂ ਗੁਣਾਂ ਦਾ ਮੁੱਢ ਕੀ ਹੈ? ਕਹਿੰਦੇ ਮਾਇਆ। ਵਿੱਚ ਹਉਮੈ ਨਾਮ ਵਿਸਾਰ। ਮਾਇਆ ਦੇ ਵਿੱਚ ਇਹ ਫਸ ਕੇ ਇਹ ਜਿਹੜਾ ਜੀਵ ਹੈ ਨਾਮ ਨੂੰ ਭੁੱਲ ਜਾਂਦਾ। ਜੇ ਨਾਮ ਨੂੰ ਭੁੱਲ ਗਿਆ ਤਾਂ ਤਿੰਨਾਂ ਗੁਣਾਂ ਤੋਂ ਕਹਿੰਦੇ ਕਿੱਦਾਂ ਉੱਪਰ ਉੱਠ ਸਕਦਾ ਹੈ। ਨਾਮ ਨੂੰ ਹੀ ਭੁੱਲ ਗਿਆ, ਨਾਮ ਨੂੰ ਹੀ ਵਿਸਾਰ ਦਿੱਤਾ ਇਹਨਾਂ ਵਿੱਚ ਫਸ ਕੇ। ਕਹਿੰਦੇ ਪੰਡਿਤ ਭੁੱਲੇ ਦੂਜੈ ਲਾਗੇ, ਮਾਇਆ ਕੈ ਵਾਪਾਰ। ਪੰਡਿਤ ਹੁਣ ਇੱਥੇ ਵਿਦਵਾਨਾਂ ਨੂੰ ਵੀ ਆਪਾਂ ਕਹਿ ਲੈਣਾ, ਜਿਹੜੇ ਮਰਜ਼ੀ ਧਰਮ ਦਾ ਵਿਦਵਾਨ ਹੈ,
ਚਾਹੇ ਉਹ ਅਧਿਆਤਮਿਕ ਤੌਰ 'ਤੇ, ਪਰ ਜਿੰਨਾ ਚਿਕਰ ਉਹਦਾ ਆਪਣਾ ਜੀਵਨ ਨਹੀਂ ਬਦਲਦਾ ਅਧਿਆਤਮਿਕ ਤੌਰ 'ਤੇ ਤਾਂ ਉਹ ਗਿਆ ਹੀ ਨਹੀਂ। ਭਾਵੇਂ ਬਾਣੀ ਦੀ ਜਿੰਨੀ ਮਰਜ਼ੀ ਵਿਚਾਰ ਕਰੀ ਜਾਵੇ, ਜੇ ਆਪਣਾ ਜੀਵਨ ਨਹੀਂ ਬਦਲਿਆ ਹੋਇਆ। ਜਦੋਂ ਆਪਣਾ ਜੀਵਨ ਬਦਲਣਾ, ਬੁੱਧੀ ਨੇ ਬਦਲਣਾ, ਬੁੱਧੀ ਜੀਵਨ ਬਦਲਦੀ ਹੈ। ਬੁੱਧੀ ਨੇ ਮਨ ਨੂੰ ਸਮਝਾਉਣਾ, ਮਨ ਤੋਂ ਮੈਲ ਲੈਣੀ ਆ, ਫਿਰ ਮਨ ਜਿਹੜਾ ਆ ਇਗਨੋਰ ਕਰ ਦਿੰਦਾ ਸੰਸਾਰਕ ਅਵਸਥਾ ਨੂੰ। ਇਹਦਾ ਜਿਹੜਾ ਮੋੜ ਹੈ ਉਹ ਚਿੱਤ ਵਾਲੇ ਪਾਸੇ ਆ ਜਾਂਦਾ। ਇੱਥੋਂ ਫਿਰ ਤੇ ਜਾ ਕੇ ਖੇਡ ਸ਼ੁਰੂ ਹੁੰਦੀ ਹੈ। ਸੋ ਜਿੰਨਾ ਚਿਕਰ ਦੁਰਮਤ ਦੇ ਧਾਰਣੀ ਹੈ, ਗੁਰਮਤ ਨੂੰ ਧਾਰਨ ਨਹੀਂ ਕੀਤਾ, ਅਤੇ ਫਿਰ ਜਿਹੜੀ ਬੁੱਧੀ ਹੈ ਮਨ ਨੂੰ ਨਹੀਂ ਬਦਲੇਗੀ, ਮਨ ਨੂੰ ਉਸੇ ਤਰ੍ਹਾਂ ਹੀ ਮੈਲ ਲੱਗੀ ਰਹੇਗੀ। ਹੁਣ ਮਨ ਜਿਹੜਾ ਭੁੱਲਿਆ ਹੋਇਆ, ਕਿੱਥੇ ਭੁੱਲਿਆ? ਕਹਿੰਦੇ ਦੂਜੇ ਲਾਗੇ ਮਾਇਆ ਵਿੱਚ ਲੱਗਿਆ ਹੋਇਆ ਭੁੱਲ ਗਿਆ, ਕਹਿੰਦੇ ਪਾਤਸ਼ਾਹ ਕਹਿੰਦੇ। ਅਤੇ ਮਾਇਆ ਕੈ ਵਪਾਰ, ਮਾਇਆ ਦੇ ਵਪਾਰ ਵਿੱਚ ਲੱਗ ਗਿਆ। ਸੋ ਜਿਹੜਾ ਧਰਮ ਆ ਉਸ ਨੂੰ ਵੀ ਵਪਾਰ ਦਾ ਸਾਧਨ ਬਣਾ ਲਿਆ। ਮਾਇਆ ਕੈ ਵਪਾਰ ਭੁੱਲ ਗਿਆ ਨਾ, ਕਾਲਾ ਮਨ ਸੀਗਾ, ਬੁੱਧੀ ਕੋਲ ਗੁਰਮਤਿ ਹੈ ਨਹੀਂ ਸੀ, ਇਸ ਕਰਕੇ ਮਨ ਨੂੰ ਨਹੀਂ ਸਮਝਾਇਆ। ਧਾਰਮਿਕ ਜਿਹੜੇ ਕੰਮ ਕਾਜ, ਧਾਰਮਿਕ ਰਹੁ ਰੀਤੀ ਰਸਮਾਂ ਰਿਵਾਜ਼ਾਂ, ਸੋ ਜਿਨ੍ਹਾਂ ਨੇ ਸਾਡੇ ਮਨ ਦੀ ਮੈਲ ਨੂੰ ਲਾਉਣਾ ਸੀਗਾ, ਇਸ ਨੂੰ ਵੀ ਵਪਾਰ ਵਿੱਚ ਇਸ ਨੇ ਲੈ ਆਂਦਾ। ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁੱਖਿਆ ਮੂਏ ਗਵਾਰ। ਉਹਨਾਂ ਨੂੰ ਮੂਰਖ ਕਹਿ ਦਿੱਤਾ, ਚਾਹੇ ਜਿੱਡਾ ਮਰਜ਼ੀ ਕੋਈ ਵਿਦਵਾਨ ਹੈ। ਸੋ ਜੇ ਆਪਣੇ ਮਨ ਨੂੰ ਨਹੀਂ ਸਮਝਾ ਸਕਿਆ, ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਪਈ ਹੈ, ਮਾਇਆ ਦੀ ਭੁੱਖ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੂਰਖ ਨੇ ਤੇ ਗਵਾਰ ਨੇ। ਸਤਿਗੁਰ ਸੇਵਿਆ ਸੁਖ ਪਾਇਆ, ਸੱਚਾ ਸ਼ਬਦ ਵਿਚਾਰ। ਸੇਵਾ ਦੇ ਨਾਲ ਹੀ, ਸਤਿਗੁਰੂ ਦੀ ਸੇਵਾ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ, ਅਤੇ ਸੇਵਾ ਦੇ ਨਾਲ ਨਾਲ ਗੁਰੂ ਦੇ ਉਪਦੇਸ਼ ਦੀ ਵਿਚਾਰ ਬਹੁਤ ਜ਼ਰੂਰੀ ਹੈ। ਜੇ ਇਕੱਲੀ ਸੇਵਾ ਕਰ ਲਓ, ਉੱਥੇ ਫਿਰ ਟਪਲਾ ਖਾ ਸਕਦਾ, ਭੁੱਲ ਸਕਦਾ, ਹਉਮੈ ਆ ਸਕਦੀ ਹੈ। ਜੇ ਨਾਲ ਨਾਲ ਸ਼ਬਦ ਦੀ ਵਿਚਾਰ ਵਿੱਚ ਰਹੇ, ਫਿਰ ਉਹ ਹਉਮੈ ਜਿਹੜੀ ਘਟੀ ਜਾਂਦੀ, ਫਿਰ ਸੁੱਖ ਹੈ। ਅੰਦਰੋਂ ਤ੍ਰਿਸ਼ਨਾ ਭੁੱਖ ਗਈ, ਸੱਚਾ ਨਾਏ ਪਿਆਰ। ਜਿਉਂ ਜਿਉਂ ਸ਼ਬਦ ਦੀ ਵਿਚਾਰ ਦੇ ਨਾਲ ਇਹ ਜੁੜਿਆ, ਇਹਨੂੰ ਇਹ ਸਮਝ ਵਿੱਚ ਪੈ ਗਈ ਬਾਤ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਸ ਸੰਸਾਰ ਦੇ ਵਿੱਚ ਤਾਂ ਸਾਰੇ ਹੀ ਪਿਆਰ ਜਿਹੜੇ ਨੇ ਝੂਠੇ ਨੇ। ਸੋ ਇੱਕ ਨਾਮ ਦੇ ਨਾਲ ਪਿਆਰ ਸੱਚਾ ਹੈ, ਸ਼ਬਦ ਦੀ ਵਿਚਾਰ ਦੇ ਨਾਲ ਪਿਆਰ ਸੱਚਾ। ਇਹ ਇਸ ਨੂੰ ਸਮਝ ਵਿੱਚ ਪੈ ਗਈ ਬਾਤ ਕਹਿੰਦੇ। ਫਿਰ ਜਦੋਂ ਪਿਆਰ ਸੰਸਾਰ ਦੇ ਨਾਲੋਂ ਕੱਟ ਕੇ ਬਾਣੀ ਦੇ ਨਾਲ ਲਾਉਂਦਾ, ਅਤੇ ਉਹਦੇ ਨਾਲ ਯਕਦਮ ਜੋ ਬਦਲਾਅ ਹੁੰਦਾ, ਉਹ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਬਲਦੀ ਸੀ, ਜਿਹੜੀ ਤ੍ਰਿਸ਼ਨਾ ਦੀ ਭੁੱਖ ਸੀ, ਉਹ ਸਾਰੀ ਗਈ, ਉਹ ਸਾਰੀ ਚਲ ਗਈ, ਸਾਰੀ ਕਹਿੰਦੇ ਖਤਮ ਹੋ ਗਈ। ਨਾਨਕ ਨਾਮ ਰਤੇ ਸਹਿਜੇ ਰੱਜੇ, ਜਿਨਾ ਹਰ ਰੱਖਿਆ ਉਰ ਧਾਰ। ਨਾਮ ਜਪਣੇ ਵਾਲੇ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ, ਅੰਦਰ ਉਹਨਾਂ ਦਾ ਟਿਕਾ ਬਣੇ ਹੀ ਜਾਂਦਾ। ਨਾਮ ਜਪਦਿਆਂ ਜਪਦਿਆਂ ਜਦੋਂ ਹੀ ਸਹਿਜ ਵਿੱਚ ਆ ਗਏ, ਉਹ ਨਾਮ ਨੂੰ ਫਿਰ ਆਪਣੇ ਅੰਦਰ ਟਿਕਾ ਲੈਂਦੇ ਨੇ। ਉਹਨਾਂ ਦਾ ਨਾਮ ਜਪਣਾ ਵੀ ਹੁਣ ਸਹਿਜ ਵਿੱਚ, ਬਾਣੀ ਵੀ ਸਹਿਜ ਵਿੱਚ ਪੜ੍ਹਦੇ ਨੇ। ਸੱਚੇ ਪਾਤਸ਼ਾਹ ਕਹਿੰਦੇ ਉਹ ਰੱਜਦੇ ਨੇ। ਬਾਕੀਆਂ ਦੇ ਅੰਦਰ ਤਾਂ ਕਹਿੰਦੇ ਤ੍ਰਿਸ਼ਨਾ ਦੀ ਅੱਗ ਲਟਾ ਲਟ ਬਲਦੀ ਰਹਿੰਦੀ ਹੈ। ਮਹਲਾ ਤੀਜਾ। ਮਨ ਮੁਖ ਹਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤਾ ਆਏ। ਉਹ ਮਨਮੁਖ ਨੇ ਜਿਹੜੇ ਨਾਮ ਨਹੀਂ ਜਪਦੇ। ਸੇਵਨ ਤੋਂ ਭਾਵ ਹੁੰਦਾ ਜਪਦੇ। ਸੋ ਨਾਮ ਨਹੀਂ ਜਪਦੇ। ਨਾਮ ਨਾ ਜਪਣ ਕਰਕੇ ਉਹਨਾਂ ਨੂੰ ਸਾਰੇ ਪਾਸਿਆਂ ਤੋਂ ਉਹਦੇ ਆਪਣੇ ਹੀ ਕੀਤੇ ਹੋਏ ਕਰਮ ਆਣ ਕੇ ਘੇਰ ਲੈਂਦੇ, ਜਿਹੜੇ ਮਾੜੇ ਕਰਮ ਨੇ। ਅਤੇ ਮਾੜੇ ਕਰਮਾਂ ਦਾ ਫਲ ਜਿਹੜਾ ਦੁੱਖ ਹੈ, ਉਹ ਉਹਨੂੰ ਚਿੰਬੜ ਜਾਂਦਾ। ਪਾਤਸ਼ਾਹ ਕਹਿੰਦੇ ਦੁਖੀ ਹੁੰਦਾ, ਫਿਰ ਬਿਲਕਦਾ, ਰੋਂਦਾ, ਕਰਲਾਉਂਦਾ। ਅੰਤਰ ਅਗਿਆਨ ਅੰਧੇਰ ਹੈ, ਸੁਧ ਨਾ ਕਾਈ ਪਾਏ। ਜਦੋਂ ਦੁਖੀ ਹੁੰਦਾ ਨਾ, ਦੂਸਰਿਆਂ 'ਤੇ ਦੋਸ਼ ਦੇਣ ਲੱਗ ਪੈਂਦਾ। ਕਦੀ ਕਿਸੇ 'ਤੇ ਦਊਗਾ, ਕਦੀ ਕਿਸੇ 'ਤੇ ਦਊਗਾ।
ਉਹਦਾ ਕਾਰਨ ਕੀ, ਅੰਦਰ ਅਗਿਆਨਤਾਈ ਦਾ ਹਨੇਰਾ ਹੈ। ਜਿੱਦਾਂ ਹਨੇਰੇ 'ਚ ਪਤਾ ਨਹੀਂ ਲੱਗਦਾ ਕਿਨੇ ਮੇਰੇ ਮਾਰ ਦਿੱਤਾ, ਪਤਾ ਨਹੀਂ ਚੱਲਦਾ ਹਨੇਰੇ ਵਿੱਚ। ਇਸੇ ਤਰ੍ਹਾਂ ਜੇ ਅੰਦਰ ਅਗਿਆਨਤਾਈ ਦਾ ਹਨੇਰਾ ਹੈ, ਇਹਨੂੰ ਪਤਾ ਹੀ ਨਹੀਂ ਚੱਲਦਾ ਵੀ ਮੈਨੂੰ ਦੁੱਖ ਕੌਣ ਦਿੰਦਾ ਪਿਆ। ਜਿਨ੍ਹਾਂ ਦੇ ਅੰਦਰ ਗਿਆਨ ਦਾ ਚਾਨਣ ਹੁੰਦਾ, ਉਹ ਕਹਿੰਦਾ ਭਈ ਦੁੱਖ ਤਾਂ ਮੇਰਾ ਹੀ ਹੈ, ਮੇਰੇ ਹੀ ਕਰਮ ਨੇ ਪਿਛੋਂ ਕੱਟੇ ਜਾਂਦੇ ਆ। ਦੁੱਖ ਆਇਆ, ਕਹਿੰਦੇ ਚਲੋ ਇਹ ਕਰਮ ਕੱਟਿਆ ਗਿਆ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ, ਦੁੱਖ ਆਇਆ ਪਰ ਨਿਕਲ ਗਿਆ। ਦੁੱਖ ਨੇ ਦੁੱਖ ਹੀ ਨਹੀਂ ਕੀਤਾ, ਮੰਜੇ ਤੇ ਨਹੀਂ ਪਾਤਾ, ਹੱਥ 'ਚ ਠੂਠਾ ਨਹੀਂ ਫੜਾਤਾ, ਨਿਕਲ ਗਿਆ। ਕੀ ਫਰਕ ਪਿਆ? ਕੋਈ ਗੱਲ ਨਹੀਂ। ਉਹ ਗਿਆਨ ਹੁੰਦਾ ਅੰਦਰ। ਜੇ ਅਗਿਆਨ ਹੈ ਤੇ ਫਿਰ ਇਹਨੇ ਕਦੀ ਕਿਸੇ ਤੇ ਦੋਸ਼, ਕਦੀ ਕਿਸੇ ਨਾਲ ਲੜਾਈ ਝਗੜਾ, ਕਲਾ ਕਲੇਸ਼। ਦੁੱਖ ਦੇ ਨੇ, ਸੁੱਖ ਵਿੱਚ ਕੌਣ ਲੜਦਾ? ਜਦੋਂ ਆਪੋ ਨੂੰ ਦੁੱਖ ਮਿਲਦਾ ਫੇਰ ਲੜਦਾ। ਹੁਣ ਜੇ ਕੋਈ ਸੁੱਖ ਦਿੰਦਾ ਉਹਨੂੰ ਕਿ ਲੜੂਗਾ? ਜਿਹੜਾ ਮੈਨੂੰ ਕੋਈ ਸੁੱਖ ਦੇਵੇ ਉਹਨਾਂ ਥੋੜ੍ਹੀ ਮੈਂ ਲੜਨਾ, ਜਿਸ ਨੇ ਮੈਨੂੰ ਦੁੱਖ ਦੇਣਾ ਉਹਦੇ ਨਾਲ ਲੜਨਾ। ਇਹ ਅਗਿਆਨਤਾ ਹੀ ਹੁੰਦੀ ਹੈ। ਅਤੇ ਜੇ ਗਿਆਨ ਹੈ, ਉਹਨੇ ਕਹਿਣਾ ਨਹੀਂ ਵੀ ਕਿਸੇ ਦਾ ਦੋਸ਼ ਨਹੀਂ। ਦੱਦਾ ਦੋਸ਼ ਨਾ ਦੇਈ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੇਈ ਅਵਰ ਜਨਾ। ਮਹਾਰਾਜ ਸੋ ਇਹ ਬਾਤ ਸਮਝਾ ਰਹੇ ਨੇ। ਕਹਿੰਦੇ ਮਨ ਹਠ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ। ਸੱਚੇ ਪਾਤਸ਼ਾਹ ਕਹਿੰਦੇ ਮਨ ਦੇ ਹੱਠ ਕਰਕੇ ਨਾਮ ਦੀ ਖੇਤੀ ਨਹੀਂ ਹੁੰਦੀ। ਇਹ ਸਮਝਾਉਂਦੇ ਨੇ। ਮਨ ਦੇ ਹੱਠ ਕਰਕੇ ਚਲੋ ਅਸੀਂ ਬਾਣੀ ਪੜ੍ਹਦੇ ਹਾਂ, ਜਪਦੇ ਹਾਂ, ਸੱਚੇ ਪਾਤਸ਼ਾਹ ਕਹਿੰਦੇ ਤਾਂ ਖੇਤੀ ਹੁੰਦੀ ਨਹੀਂ। ਕਹਿੰਦੇ ਉਹ ਉਗਦਾ ਨਹੀਂ ਬੀਜ, ਇਹ ਭੁੱਖਾ ਦਾ ਭੁੱਖਾ ਰਹਿ ਜਾਂਦਾ ਹੈ। ਇੱਥੇ ਵੀ ਸ਼ਾਂਤੀ ਨਹੀਂ, ਸੋ ਅੱਗੇ ਵੀ ਕੋਈ ਪ੍ਰਾਪਤੀ ਨਹੀਂ। ਸਹਿਜ ਦੇ ਵਿੱਚ ਜਦੋਂ ਇਹ ਨਾਮ ਜਪਦਾ, ਸਹਿਜ ਵਿੱਚ ਬਾਣੀ ਪੜ੍ਹਦਾ, ਅੰਦਰੋਂ ਚਿੱਤ ਕਰਦਾ, ਅੰਦਰੋਂ ਚਾਅ ਬਣਦਾ। ਹੁਣ ਜਿੱਦਾਂ ਰੋਟੀ ਖਾਣੀ ਹੈ, ਪਾਣੀ ਪੀਣਾ ਆ, ਭੁੱਖ ਲੱਗਦੀ ਹੈ ਨਾ, ਅਤੇ ਉਹਦਾ ਸਵਾਦ ਆਉਂਦਾ। ਅਤੇ ਆਪਾਂ ਮਨ ਹੱਠ ਕਰਕੇ ਭੋਜਨ ਨਹੀਂ ਕਰਦੇ, ਮਨ ਹੱਠ ਕਰਕੇ ਪਾਣੀ ਨਹੀਂ ਪੀਂਦੇ। ਕੱਪੜਾ ਹੈ, ਕੱਪੜਾ ਮਨ ਨੂੰ ਭਾਉਂਦਾ, ਜਦੋਂ ਪਾਉਂਦਾ ਹੈ ਉਹ ਬੜਾ ਖੁਸ਼ ਹੁੰਦਾ। ਮਨ ਹੱਠ ਕਰਕੇ ਜਦੋਂ ਪਾਉਣਾ ਪੈ ਜਾਵੇ ਤਾਂ ਦੁਖੀ ਹੋ ਜਾਂਦਾ। ਸੋ ਇਸੇ ਤਰ੍ਹਾਂ ਮਨ ਹੱਠ ਕਰਕੇ ਪੜ੍ਹੀ ਹੋਈ ਬਾਣੀ ਜਿਹੜੀ ਹੈ ਉਹ ਸਰੀਰ ਵਿੱਚ ਥਕਾਵਟ ਪੈਦਾ ਕਰ ਦੂ, ਉਬਾਸੀਆਂ ਆਉਣਗੀਆਂ, ਨਿੰਦਰਾ ਆਉਂਦੀ ਹੈ। ਅਤੇ ਜਦੋਂ ਅੰਦਰੋਂ ਮਨ ਨੂੰ ਬਾਣੀ ਦੀ ਭੁੱਖ ਲੱਗਦੀ, ਚਾਅ ਦੇ ਨਾਲ ਪੜ੍ਹਦਾ, ਉਹ ਨਿੰਦਰਾ ਦੂਰ ਕਰਦੀ, ਥਕਾਵਟ ਦੂਰ ਕਰਦੀ, ਆਨੰਦ ਬਣ ਜਾਂਦਾ। ਮਹਾਰਾਜ ਉਹ ਗੱਲ ਤਾਂ ਕਹਿੰਦੇ ਮਨ ਹੱਠ ਦੇ ਨਾਲ ਥੋੜ੍ਹੀ ਇਹ ਬੀਜ ਬੀਜਿਆ ਜਾਂਦਾ। ਕਹਿੰਦੇ ਇਹਦਾ ਸਹਿਜ ਦੇ ਵਿੱਚ ਕਹਿੰਦੇ ਬੀਜ ਬੀਜਿਆ ਜਾਂਦਾ। ਜੇ ਸਾਰੀ ਜ਼ਿੰਦਗੀ ਸਹਿਜ ਵਿੱਚ ਨਾ ਆਇਆ, ਮਨ ਹੱਠ ਕਰਕੇ ਬਾਣੀ ਪੜ੍ਹੀ ਗਿਆ ਭੁੱਖੇ ਦਾ ਭੁੱਖਾ ਰਹਿ ਜਾਣਾ। ਪਾਤਸ਼ਾਹ ਕਹਿੰਦੇ ਕੀ ਖਾਊਗਾ? ਕਹਿੰਦੇ ਅੱਗੇ ਨਾਮ ਨਿਦਾਨ ਵਿਸਾਰਿਆ, ਦੂਜਾ ਲੱਗਾ ਜਾਏ। ਦੂਜਾ ਕੀ ਆ? ਮਾਇਆ ਦੇ ਵਿੱਚ ਲਗਾ ਬਣਾ ਲਿਆ, ਮਾਇਆ ਨਾਲ ਚਿੱਤ ਲਾ ਲਿਆ, ਅਤੇ ਨਾਮ ਦਾ ਖਜ਼ਾਨਾ, ਨਾਮ ਜਿਹੜਾ ਹੈ ਹੀ ਖਜ਼ਾਨਾ, ਨਾਮ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ, ਉਹਨੂੰ ਵਿਸਾਰ ਦਿੱਤਾ। ਕਹਿੰਦੇ ਨਾਨਕ ਗੁਰਮੁਖ ਮਿਲ ਹੈ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਨਾਨਕ ਤੋਂ ਭਾਵ ਸਤਿਗੁਰੂ ਜੀ ਕਹਿ ਰਹੇ ਨੇ ਵਡਿਆਈਆਂ ਉਹਨਾਂ ਨੂੰ ਮਿਲਦੀਆਂ ਨੇ, ਸੋ ਜਿਹੜੇ ਗੁਰੂ ਦੁਆਰਾ ਆਪਣੇ ਆਪ ਨੂੰ ਗੁਰੂ ਦੇ ਵਿੱਚ ਅਭੇਦ ਕਰਦੇ ਨੇ। ਬਾਣੀ ਦੁਆਰਾ ਹੀ, ਬਾਣੀ ਵਿੱਚ ਅਭੇਦ ਹੋਣਾ, ਗੁਰੂ ਵਿੱਚ ਅਭੇਦ ਹੋਣਾ, ਬਾਣੀ ਦਾ ਰੂਪ ਹੋ ਜਾਂਦਾ। ਸੋ ਐਸਾ ਪ੍ਰੇਮ ਦੇ ਨਾਲ ਐਸਾ ਬਾਣੀ ਨੂੰ ਪੜ੍ਹਦਾ ਇਹ ਨਾ ਘੁਲ ਜਾਂਦਾ। ਇਹ ਘੁਲਣਸ਼ੀਲ ਹੈ, ਘੁਲ ਜਾਂਦਾ, ਫਿਰ ਬਾਣੀ ਦਾ ਰੂਪ ਹੋ ਜਾਂਦਾ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਵਡਿਆਈਆਂ ਇੱਥੇ ਵੀ ਅਤੇ ਉੱਥੇ ਵੀ। ਪੌੜੀ ਹਰ ਰਸਨਾ ਹਰ ਜਸ ਗਾਵੈ, ਖਰੀ ਸੁਹਾਵਣੀ। ਹੁਣ ਜਿਹੜੀ ਰਸਨਾ ਪ੍ਰੇਮ ਦੇ ਨਾਲ ਹਰੀ ਦੇ ਜਸ ਨੂੰ ਗਾਉਂਦੀ, ਉਹਨੂੰ ਖਰੀ ਕਹਿ ਦਿੱਤਾ। ਪ੍ਰੇਮ ਨਾਲ ਹਰ ਜਸ ਗਾਉਂਦੀ, ਉਹ ਖਰੀ ਹੈ, ਉਹ ਸੋਹਣੀ ਲੱਗਦੀ। ਕਹਿੰਦੇ ਉਹਦੇ ਬੋਲ, ਉਹਨੇ ਸਧਾਰਨ ਵੀ ਰਸਨਾ ਦੇ ਨਾਲ ਕੋਈ ਬੋਲ ਬੋਲਦਾ ਨਾ, ਅਤੇ ਹੁਣ ਉਹ ਸੋਹਣੀ ਹੋ ਗਈ ਬਾਣੀ ਪੜ੍ਹ ਕੇ।
ਬਾਣੀ ਪੜ੍ਹ ਕੇ ਪ੍ਰੇਮ ਦੇ ਨਾਲ ਬਾਣੀ ਪੜ੍ਹਦਿਆਂ ਇਸ ਰਸਨਾ ਦੇ ਵਿੱਚ ਹੁਣ ਜੋ ਸਧਾਰਨ ਬੋਲ ਵੀ ਬੋਲਦੇ ਨੇ, ਨਿਕਲਦੇ ਨੇ ਮੁੱਖ 'ਚੋਂ, ਉਹ ਸੋਹਣੇ ਨਿਕਲਦੇ ਨੇ, ਉਹ ਬਣੇ ਹੋਏ ਨਿਕਲਦੇ ਨੇ, ਮਿੱਠੇ ਬੋਲ ਨਿਕਲਦੇ ਨੇ। ਕਹਿੰਦੇ ਜੋ ਮਨ ਤਨ ਮੁਖ ਹਰ ਬੋਲੇ ਸੋ ਹਰ ਭਾਵਣੀ। ਸੋ ਮਨ ਕਰਕੇ ਤਨ ਕਰਕੇ ਜਿਹੜੇ ਇੱਕ ਹੋ ਜਾਂਦੇ ਨੇ। ਸੋ ਜੋ ਮਨ ਵਿੱਚ ਹੈ ਉਹ ਤਨ ਤੇ ਉਹ ਰਸਨਾ ਤੇ, ਸੋ ਮਨ ਤਨ ਦਾ ਇੱਕ ਹੋ ਜਾਣਾ, ਉਹ ਇੱਕਮਿਕ ਹੋ ਕੇ ਜਿਹੜੇ ਬੋਲ ਬੋਲੇ ਜਾਂਦੇ ਨੇ ਉਹ ਰੱਬ ਨੂੰ ਸੋਹਣੇ ਲੱਗਦੇ ਨੇ। ਜਦੋਂ ਮਨ ਵੀ ਤੇ ਤਨ ਵੀ, ਮਨ ਹੋਰ ਮੁੱਖ ਹੋਰ, ਉਹ ਰੱਬ ਨੂੰ ਨਹੀਂ ਚੰਗਾ ਲੱਗਦਾ, ਬੰਦੇ ਨੂੰ ਨਹੀਂ ਚੰਗਾ ਲੱਗਦਾ। ਸੋ ਆਪਸ ਵਿੱਚ ਜੇ ਪ੍ਰੇਮ ਦੋ ਮਿੱਤਰਾਂ ਦਾ ਜਦੋਂ ਪੈਂਦਾ, ਉਹਨਾਂ ਦਾ ਪੈਂਦਾ ਜਿਨ੍ਹਾਂ ਦੇ ਜਿਹੜੇ ਢਿੱਡੋਂ ਅੰਦਰੋਂ ਦਿਲੋਂ ਪਿਆਰ ਕਰਦੇ ਨੇ। ਜੋ ਮਨ ਵਿੱਚ ਮਨ ਦੀ ਗੱਲ ਮੂੰਹ 'ਤੇ ਕਰ ਦੇਣੀ ਵੀ ਹਾਂ ਵੀ ਆਹ ਗੱਲ ਹੈ। ਜੇ ਮਨ ਵਿੱਚ ਕੁਝ ਹੋਰ ਰੱਖਿਆ, ਮੂੰਹੋਂ ਕੁਝ ਹੋਰ ਕਹੀ ਗਿਆ, ਤੇ ਸੰਸਾਰ ਵਿੱਚ ਪਿਆਰ ਨਹੀਂ ਪੈਂਦਾ, ਟੁੱਟ ਜਾਂਦਾ, ਬੜੀ ਜਲਦੀ ਟੁੱਟਦਾ। ਕੱਚੜਿਆਂ ਸੋਂ ਤੋੜ, ਕਿਉਂਕਿ ਟੁੱਟੇ ਹੀ ਹੋਏ ਹੁੰਦੇ ਨੇ। ਢੂੰਡ ਸੱਜਣ ਸੰਤ ਪੱਕਿਆਂ, ਜਿਹੜੇ ਪੱਕੇ ਹੋਏ ਹੁੰਦੇ ਨੇ ਨਾ ਉਹਨਾਂ ਨੂੰ ਲੱਭ ਲੈ। ਸੋ ਉਹ ਨਹੀਂ ਟੁੱਟਦੇ, ਉਹ ਨਹੀਂ ਟੁੱਟਦੇ। ਸੋ ਉਹ ਜੋੜਦੇ ਨੇ, ਆਪ ਜੁੜੇ ਹੋਏ ਹੁੰਦੇ ਨੇ, ਉਹ ਜੋੜਨ ਵਾਲੇ ਹੁੰਦੇ ਨੇ। ਇਸ ਕਰਕੇ ਉਹਨਾਂ ਨੂੰ ਕਹਿੰਦੇ ਲੱਭ ਲੈ। ਪਾਤਸ਼ਾਹ ਇੱਥੇ ਕਹਿੰਦੇ ਨੇ, ਕਹਿੰਦੇ ਭਾਈ ਮਨ ਕਰਕੇ ਤਨ ਕਰਕੇ ਜਿਹੜੇ ਇੱਕ ਹੋਏ ਬੋਲ ਹੁੰਦੇ ਨੇ ਉਹ ਹਰ ਭਾਵਣੀ, ਉਹ ਹਰੀ ਨੂੰ ਚੰਗੇ ਲੱਗਦੇ ਨੇ। ਜੋ ਗੁਰਮੁਖ ਚਖੈ ਸਾਧ ਸਾ ਤ੍ਰਿਪਤਾਵਣੀ। ਇਹ ਬੋਲ ਬੜੇ ਮਿੱਠੇ ਹੁੰਦੇ ਨੇ, ਇਹ ਬੋਲ ਬੜੇ ਮਿੱਠੇ ਹੁੰਦੇ ਨੇ। ਅਤੇ ਜਿਹੜਾ ਵੀ ਗੁਰੂ ਦੁਆਰਾ ਇਹਨਾਂ ਬੋਲਾਂ ਦੇ ਸਵਾਦਾਂ ਨੂੰ ਚੱਖਦਾ ਉਹ ਤ੍ਰਿਪਤ ਹੋ ਜਾਂਦਾ। ਭਾਵ ਵੀ ਜਿਹੜੀ ਬਾਣੀ ਹੈ, ਬਾਣੀ ਉਹ ਬੋਲ ਨੇ ਜਿਹੜੇ ਮਨ ਕਰਕੇ ਤਨ ਕਰਕੇ ਇੱਕ ਨੇ। ਹੁਣ ਇਹਨਾਂ ਨੂੰ ਜਦੋਂ ਪ੍ਰੇਮ ਦੇ ਨਾਲ ਪੜ੍ਹਦਾ ਜਾਂ ਸੁਣਦਾ ਫਿਰ ਤ੍ਰਿਪਤੀ ਹੁੰਦੀ ਹੈ, ਉਹਦਾ ਤ੍ਰਿਪਤੀ ਨਹੀਂ ਹੋ ਸਕਦੀ। ਮਹਾਰਾਜ ਸਮਝਾਉਂਦੇ ਨੇ, ਗੁਣ ਗਾਵੈ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ। ਫਿਰ ਉਹ ਪਿਆਰੇ ਗੁਰੂ ਦੇ ਗੁਣਾਂ ਨੂੰ ਨਿਤ ਗਾਉਂਦੇ ਨੇ, ਨਿਤ ਗਾਉਂਦੇ ਨੇ। ਸੋ ਉਹ ਗੁਣਾਂ ਨੂੰ ਗਾ ਕੇ ਹੀ ਉਹਨਾਂ ਦੇ ਗੁਣਾਂ ਦੇ ਦੁਆਰਾ ਹੀ ਆਪਣੇ ਮਨ ਨੂੰ ਸਮਝਾਉਂਦੇ ਨੇ। ਜਿਵੇਂ ਕਹਿ ਲਈ ਜਿਹੜੀ ਬੁੱਧੀ ਹੈ ਫਿਰ ਮਨ ਨੂੰ ਇਸ ਤਰੀਕੇ ਨਾਲ ਸਮਝਾਉਂਦੀ ਬਾਣੀ ਦੇ ਦੁਆਰਾ ਹੀ। ਵੀ ਦੇਖੋ ਬਾਣੀ ਆਹ ਕਹਿੰਦੀ, ਮਤਲਬ ਆਪਣੇ ਆਪ ਨਾਲ ਹੀ ਗੱਲਾਂ ਹੁੰਦੀਆਂ ਸਾਰੀ, ਫਿਰ ਦੂਜੇ ਨਾਲ ਗੱਲ ਹੀ ਕੋਈ ਨਹੀਂ। ਬਾਣੀ ਹੈ ਹੀ ਆਪਣੇ ਆਪ ਉਪਦੇਸ਼ ਹੈ, ਚਾਹੇ ਕੋਈ ਪੜ੍ਹ ਰਿਹਾ ਹੈ ਚਾਹੇ ਕੋਈ ਸੁਣ ਰਿਹਾ, ਦੂਜੇ ਵਾਸਤੇ ਨਹੀਂ। ਸੋ ਸਾਰੀਆਂ ਗੱਲਾਂ ਆਪਣੇ 'ਤੇ ਢੁੱਕਦੀਆਂ ਹੁੰਦੀਆਂ। ਜਦੋਂ ਬਾਣੀ ਦੀ ਵਿਚਾਰ ਕਰੀਏ, ਜਦੋਂ ਬਾਣੀ ਨੂੰ ਪੜ੍ਹੀਏ ਸੁਣੀਏ, ਸਾਰੀਆਂ ਗੱਲਾਂ ਆਪਣੇ 'ਤੇ ਢੁੱਕਦੀਆਂ। ਜਿਸ ਹੋਵੈ ਆਪ ਦਿਆਲ ਸਾ ਸਤ ਗੁਰੂ ਬੁਲਾਵਣੀ। ਹੁਣ ਜਿੱਦਾਂ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਗੁਰਮੁਖ ਪਿਆਰੇ ਕਰਦੇ ਨੇ, ਅਤੇ ਮਹਾਰਾਜ ਕਹਿੰਦੇ ਜਿਹਦੇ ਤੋਂ ਬਹੁਤ ਦਿਆਲ ਹੁੰਦਾ ਉਹਦੇ ਕੋਲੋਂ ਫਿਰ ਉਹਦੇ ਮੁਖ ਦੇ ਵਿੱਚੋਂ ਵਾਹਿਗੁਰੂ ਕਢਾਉਂਦਾ, ਉਂਝ ਨਹੀਂ ਨਿਕਲ ਸਕਦਾ। ਇਹਦਾ ਮਤਲਬ ਜੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਾਉਂਦੇ ਹੈ, ਗੁਰੂ ਦੀ ਦਇਆ ਗੁਰੂ ਦੀ ਮਿਹਰ ਹੈ, ਉਹ ਬਾਣੀ ਪੜ੍ਹਾ ਰਹੇ ਨੇ। ਸੋ ਪ੍ਰੇਮ ਦੇ ਨਾਲ ਇਹ ਗੁਰੂ ਦੀ ਮਿਹਰ ਹੈ, ਗੁਰੂ ਦੀ ਦਇਆ, ਉਹਦੀ ਕਿਰਪਾ ਤੋਂ ਬਿਨਾਂ ਨਾ ਬਾਣੀ ਪੜ੍ਹੀ ਜਾ ਸਕਦੀ, ਨਾ ਗੁਰੂ ਮੰਤਰ ਦਾ ਜਾਪ ਕੀਤਾ ਜਾ ਸਕਦਾ, ਨਾ ਸੇਵਾ, ਨਾ ਸਿਮਰਨ, ਨਾ ਬੰਦਗੀ, ਕੁਛ ਨਹੀਂ ਹੋ ਸਕਦਾ। ਇਸ ਕਰਕੇ ਗੁਰਮੁਖ ਪਿਆਰੇ ਉਹਦੀ ਮਿਹਰ ਹੀ ਮੰਗਦੇ ਨੇ, ਉਹਦੀ ਕਿਰਪਾ ਹੀ ਮੰਗਦੇ ਨੇ। ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ।
ਘਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਈ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੋਣੋ ਸੰਤੋ ਸ਼ਬਦ ਧਰੋ ਪਿਆਰ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰਤਾਰੀਆ। ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਿਆ ਹੈ ਨਾਨਕ ਤੈਸ ਕਹੋਆ ਤਿਤ ਕਰਾ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਤੁਮਰਾ ਅੰਤ ਚੇਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੁਖ ਤਾਰੀ। ਤੁਮ ਤੇ ਹੋ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਦਸਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਤਾਨ ਨੂੰ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ 25 ਜਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ। ਤੇਰਾ ਪਿਆਰਿਆਂ ਸਤਿਆਰਿਆਂ ਦੇ ਸਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਤਾਨਾਰਿਆਂ ਨਾਲ ਤੇ ਵਾਹਿ ਗੁਰਦੁਆਰਿਆਂ ਦੀ ਸੇਵਾ ਵੀ ਕਰਵਾਈਆਂ ਕੀਤੀਆਂ। ਧਰਨੇ ਹਾਰਿਆਂ ਸਿੱਖੀ ਸਿੱਧ ਤੀਰਥਾਂ ਸੁਆਸਾਂ ਨਾਲ ਪਾਇਆ। ਦਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੇ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਵਾਹਿਗੁਰੂ। ਸਿੱਖਾਂ ਨੂੰ ਬਖਸ਼ੇ ਦੀ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਧ ਦਾਨ, ਦਾਨਾ ਸਿੰਘ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਚੌਂਕੀਆਂ ਝੰਡੇ ਗੁੰਗੇ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਜੀ ਮਾਤ ਪਾਤ ਕੇ ਰਾਖੀ ਰਾਹ। ਮਹਾਰਾਜ ਜੀ ਆਪ ਜੀ ਦੀ ਅਪਰਪਾਰ ਮੇਰ ਕਿਰਪਾ ਦਾ ਸਦਕਾ ਵਿਜੇ ਦੀ ਵਾਰ ਸੀ। ਸਜੇ ਦੀਵਾਨਾਂ ਅੰਦਰ ਨਿਤਨੇਮ ਦੀਆਂ ਬਾਣੀਆਂ ਦੀ ਨਾਮ ਸ਼ਬਦ ਦੀ ਵਿਚਾਰ ਸ਼ਬਦ ਸ਼ੇਪ ਆਪਣੇ ਵਿਚਾਰ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਬੇ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੈਂ ਲੇ ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ ਚੜੇ ਸੋ ਉਤਰੇ ਪਾਰ ਗੁਰੂ ਪਾਰ ਉਤਾਰਨ ਹਾਰ ਕਲਗੀ ਸੋਏ ਸੀਸ ਗੁਰੂ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋ ਕਾਹੂ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਵਾਹਿਗੁਰੂ ਜੀ ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ। ਕਰਨਾ ਕੂਚ ਰਹਿਨ ਥਿਰ ਨਾਹੀ। ਜੋ ਦਿਨ ਆਵਹਿ ਸੋ ਦਿਨ ਜਾਹੀ। ਕਰਨਾ ਕੂਚ ਰਹਿਨ ਥਿਰ ਨਾਹੀ। संग चलत है हम भी चलना। दूर गवन सिर ऊपर मरना। क्या तू सोया जागे आना। तै जीवन जग सच कर जाना। रहा जिन जियो दिया सूरज के अंबरावै। सब घट भीतर हाट चलावै। कर बंदगी छाड़ मैं मेरा हृदय नाम समार सवेरा। जन्म सिरानो पंथ ना सवारा। सांझ परी दह दिश अंधियारा। कह रविदास निदान दीवाने। चित सनाही दुनिया फन खाने। कह रविदास निदान दीवाने। चेत सनाही दुनिया फन खाने। वाहिगुरू जी का खालसा वाहिगुरू जी की फतेह। जपो सतनाम 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 जी। वाहिगुरू 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 जी। जपो सतनाम 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 जी। वाहिगुरू 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 जी। वाहिगुरू जी का खालसा वाहिगुरू जी की फतेह।